My dear students, teachers, and other viewers, this is our last lecture on idioms and phrases. Our first idiom is to return a stone for a brick. It means to retaliate with power, with force, ਜਾਂ with anger ਜਾਂ with greater force. ਪੰਜਾਬੀ 'ਚ ਵੀ ਆਪਾਂ ਕਹਿੰਦੇ ਆ ਕਿ ਇੱਟ ਦਾ ਜਵਾਬ ਪੱਥਰ ਨਾਲ ਦੇਣਾ। ਰਿਟੈਲੀਏਟ ਹੁੰਦਾ ਜਵਾਬ ਦੇਣਾ, ਭਾਵ ਕਿ ਜਵਾਬੀ ਕਾਰਵਾਈ ਕਰਨਾ, ਬਦਲਾ ਲੈਣਾ ਵਿਦ ਮੋਰ ਫੋਰਸ, ਜਾਨੀ ਵਿਦ ਗ੍ਰੇਟਰ ਫੋਰਸ। ਤਾਂ ਆਪਾਂ ਕਹਾਂਗੇ ਕਿ ਇਫ ਯੂ ਟਰਾਈ ਟੂ harm me, yeah, if you try to insult me, I shall return a stone for a brick. Next is spick and span. Spick and span ਹੁੰਦਾਗਾ neat and clean ਜਾਂ smart and clean. Spick and span children are liked by everybody. ਸਾਫ ਸੁਥਰੇ ਇਹ ਆਪਾਂ ਜਗ੍ਹਾ ਦੇ ਸੰਬੰਧ ਵਿੱਚ ਵੀ ਯੂਜ਼ ਕਰ ਸਕਦੇ ਹਾਂ ਔਰ ਅਸੀਂ ਵਿਅਕਤੀਆਂ ਦੇ ਸੰਬੰਧ ਵਿੱਚ, ਬੱਚਿਆਂ ਦੇ ਸੰਬੰਧ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ, ਸਟੈਬ ਇਨ ਦਾ ਬੈਕ। ਜਿਵੇਂ ਆਪਾਂ ਕਹਿੰਦੇ ਨਾ ਪਿੱਠ 'ਚ ਛੁਰਾ ਮਾਰਨਾ, ਭਾਵ ਕਿ ਅਟੈਕ ਇਨ ਏ ਡਿਸੀਟਫੁਲ ਵੇ। ਇਹ ਦੋਨੋਂ ਤਰ੍ਹਾਂ ਹੋ ਜਾਂਦਾ। ਵਰਬ ਦੇ ਤੌਰ 'ਤੇ ਟੂ ਸਟੈਬ ਹੋ ਜਾਊਗਾ, ਲੇਕਿਨ ਜੇ ਸਟੈਬ ਨੂੰ ਨਾਊਨ ਦੇ ਤੌਰ 'ਤੇ ਯੂਜ਼ ਕਰਨਾ ਤਾਂ ਉਹ ਵੀ ਹੋ ਜਾਏਗਾ। ਨੈਵਰ ਸਟੈਬ ਏ ਫਰੈਂਡ ਇਨ ਦਾ ਬੈਕ। ਨੈਕਸਟ, ਟੂ ਸੀ ਆਈ ਟੂ ਆਈ ਵਿਦ ਮੀਨਸ ਟੂ ਐਗਰੀ, ਸਹਿਮਤ ਹੋਣਾ। I don't see eye to eye with you on this point, ਭਾਵ ਕਿ ਮੈਂ ਇਸ ਪੁਆਇੰਟ 'ਤੇ ਤੁਹਾਡੇ ਨਾਲ ਐਗਰੀ ਨਹੀਂ ਹਾਂ। I don't see eye to eye with you at this point. Next, at 6s and 7s means irregularly ਜਾਂ lying irregularly ਜਾਂ not well arranged। ਇੱਕ ਪਾਸੇ ਆਪਾਂ ਕਿਹਾ ਸੀਗਾ in apple pie order, ਭਾਵ ਕਿ ਵਧੀਆ ਚਿਣ ਕੇ ਸਾਫ ਸੁਥਰੀਆਂ ਚੀਜ਼ਾਂ, ਅਤੇ ਉਹਦੇ ਉਲਟ ਹੁੰਦਾ ਗਾ at 6s and 7s। ਆਪਾਂ ਕਹਿੰਦੇ ਹਾਂ all his things in his room are lying at 6s and 7s, ਖਿੰਡੀਆਂ ਪੁੰਡੀਆਂ ਪਈਆਂ ਹਨ। ਨੈਕਸਟ, ਟੂ ਸਪਰੈਡ ਲਾਈਕ ਵਾਈਲਡ ਫਾਇਰ, ਭਾਵ ਕਿ ਜੰਗਲ ਦੀ ਅੱਗ ਵਾਂਗ ਫੈਲਣਾ। ਟੂ ਸਪਰੈਡ ਐਟ ਏ ਵੈਰੀ ਫਾਸਟ ਸਪੀਡ ਜਾਂ ਟੂ ਸਰਕੂਲੇਟ ਐਟ ਏ ਵੈਰੀ ਫਾਸਟ ਸਪੀਡ। ਦ ਨਿਊਜ਼ ਆਫ ਦ ਲੀਡਰਜ਼ ਡੈਥ ਸਪਰੈਡ ਲਾਈਕ ਵਾਈਲਡ ਫਾਇਰ। ਜਾਂ ਇਹ ਵੀ ਆਪਾਂ ਕਹਿ ਸਕਦੇ ਹਾਂ ਕਿ ਰਿਊਮਰਜ਼ ਆਲਵੇਜ਼ ਸਪਰੈਡ ਲਾਈਕ ਵਾਈਲਡ ਫਾਇਰ, ਭਾਵ ਕਿ ਜੋ ਅਫਵਾਹਾਂ ਹੁੰਦੀਆਂ ਨੇ ਉਹ ਹਮੇਸ਼ਾ ਹੀ ਜੰਗਲ ਦੀ ਅੱਗ ਵਾਂਗ ਫੈਲਦੀਆਂ ਨੇ। ਚੰਗੀ ਗੱਲ ਤਾਂ ਬਹੁਤ ਸਲੋ ਫੈਲਦੀ ਹੈ, ਲੇਕਿਨ ਜਿਹੜੀ ਅਫਵਾਹ ਹੈਗੀ ਆ ਅਤੇ ਉਹ ਬਹੁਤ ਤੇਜ਼ੀ ਨਾਲ ਫੈਲਦੀਆਂ ਨੇ। ਨੈਕਸਟ, ਟੂ ਸਪਲਿਟ ਹੇਅਰਜ਼ ਮੀਨਸ ਟੂ ਆਰਗਿਊ ਅਬਾਊਟ ਟ੍ਰਿਫਲਜ਼। ਐਵੇਂ ਮਾਮੂਲੀ ਗੱਲਾਂ 'ਤੇ ਬਹਿਸ ਕਰੀ ਜਾਣਾ। ਟੂ ਆਰਗਿਊ ਓਵਰ ਟ੍ਰਿਫਲਜ਼। ਟ੍ਰਿਫਲਜ਼ ਹੁੰਦੇ ਨੇ ਮਾਮੂਲੀ ਗੱਲਾਂ। ਪੰਜਾਬੀ 'ਚ ਅਸੀਂ ਕਹਿੰਦੇ ਹੁੰਦੇ ਹਾਂ ਵਾਲ ਦੀ ਖੱਲ ਉਤਾਰਨਾ। ਕੀ ਆਊਗਾ? ਕੁਛ ਵੀ ਨਹੀਂ ਨਿਕਲਣਾ ਉਹਦੇ ਵਿੱਚੋਂ, ਹੈ ਨਾ। ਯੂਅਰ ਹੈਬਿਟ ਆਫ ਸਪਲਿਟਿੰਗ ਹੇਅਰਜ਼ ਇਜ਼ ਨਾਟ ਗੁੱਡ। ਤੁਹਾਡੀ ਇਹ ਆਦਤ ਚੰਗੀ ਨਹੀਂ, ਇੱਦਾਂ ਆਪਾਂ ਕਹਿ ਸਕਦੇ ਹਾਂ। ਨੈਕਸਟ, ਟੂ ਸਮੈਲ ਏ rat means to suspect foul play, to suspect foul play,
ਭਾਵ ਕਿ ਕੋਈ ਇੱਦਾਂ ਦਾ ਸ਼ੱਕ ਹੋਣਾ ਕਿ ਇਹਦੇ ਵਿੱਚ ਕੋਈ ਗਲਤ ਕੰਮ ਹੋਇਆ ਹੈਗਾ ਗਾ। ਭਾਵ ਇਹ ਹੋ ਗਿਆ ਕਿ ਆਪਾਂ ਜਦੋਂ ਕਹਿੰਦੇ ਨਾ ਕਿ ਇਹਦੇ 'ਚ ਕੋਈ ਨਾ ਕੋਈ ਗਲਤ ਕੋਈ ਮਤਲਬ ਬੁਰਾਈ ਹੋਈ ਹੈ, ਕੋਈ ਨਾ ਕੋਈ ਹੇਰਾਫੇਰੀ ਹੋਈ ਹੈ। ਆਈ ਸਮੈਲ ਏ ਰੈਟ ਇਨ ਦਿਸ ਡੀਲ, ਡੀਲ ਮੀਨਸ ਸੌਦਾ। ਨੈਕਸਟ, ਟੂ ਟਰਨ ਏ ਡੈਫ ਈਅਰ। ਟੂ ਟਰਨ ਏ ਡੈਫ ਈਅਰ ਹੁੰਦਾ not to listen carefully ਜਾਂ not to listen at all। ਭਾਵ ਕਿ ਡੈਫ ਹੁੰਦਾ ਜਿਹੜਾ ਬੋਲਾ ਹੋਵੇ, ਬੋਲਾ ਕੰਨ ਕਰ ਦੇਣਾ। ਇੱਕ ਪਾਸੇ ਆਪਾਂ ਕੀਤਾ ਸੀ ਕਿ ਗਿਵ ਈਅਰ, ਹੈ ਨਾ, ਧਿਆਨ ਨਾਲ ਸੁਣਨਾ। ਇਹ ਹੈ ਟੂ ਟਰਨ ਏ ਡੈਫ ਈਅਰ ਮੀਨਸ not listen carefully। ਆਪਾਂ ਕਹਿੰਦੇ ਆ ਕਿ ਇਫ ਯੂ ਟਰਨ ਏ ਡੈਫ ਈਅਰ to the advice of your parents or to the advice of your teachers, you will repent in the end। Next, to take up arms। to take up arms ਹੁੰਦਾ to revolt, ਹਥਿਆਰ ਚੁੱਕ ਲੈਣੇ। arms ਤੋਂ ਭਾਵ ਹੈ ਇੱਥੇ ਹਥਿਆਰ। to revolt ਜਾਂ to rebel, ਬਗਾਵਤ ਕਰ ਦੇਣੀ। ਆਪਾਂ ਕਹਿ ਸਕਦੇ ਹਾਂ the militants have taken up arms against the government। ਜਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ the army has taken up arms against the government। ਭਾਵ ਕਿ ਜਿੱਥੇ ਵੀ ਕਿਤੇ ਕੋਈ ਆਪਾਂ ਦੇਖਦੇ ਹਾਂ ਕਿ ਵੀ ਰਿਵੋਲਟ ਹੁੰਦਾ। ਨੈਕਸਟ, to take to one's heels, ਭਾਵ ਕਿ to run away। ਪੰਜਾਬੀ 'ਚ ਆਪਾਂ ਕਹਿੰਦੇ ਹੁੰਦੇ ਹਾਂ ਅੱਡੀਆਂ ਨੂੰ ਥੁੱਕ ਲਾ ਜਾਣਾ, ਭਾਵ ਕਿ ਭੱਜ ਜਾਣਾ। to run away ਜਾਂ to run at a fast speed, to take to one's heels, HEELS, ਅੱਡੀਆਂ। ਆਪਾਂ ਕਹਿ ਦਿੰਦੇ ਹਾਂ the thief took to his heels to see the police। ਪੁਲਿਸ ਨੂੰ ਦੇਖਦੇ ਹੀ ਉਹ ਅੱਡੀਆਂ ਨੂੰ ਥੁੱਕ ਲਾ ਗਿਆ, ਦੌੜ ਗਿਆ, ran away, ਜੋ ਚੋਰ ਸੀਗਾ। ਨੈਕਸਟ, to the backbone means fully every part from head to foot, ਸਿਰ ਤੋਂ ਪੈਰਾਂ ਤੱਕ, ਜਿਵੇਂ ਆਪਾਂ ਕਹਿੰਦੇ ਨੇ very sincere। he is a patriot to the backbone। he is a patriot to the backbone। next, talk of the town, something that is being discussed everywhere, ਜੋ ਹਰ ਥਾਂ ਗੱਲ ਹੋ ਰਹੀ ਹੋਵੇ ਉਹਨੂੰ ਆਪਾਂ ਕਹਿੰਦੇ ਨੇ ਕਿ ਇਟ ਇਜ਼ ਟਾਕ ਆਫ ਦਾ ਟਾਊਨ। ਭਾਵ ਕਿ ਬੱਚੇ ਦੀ ਜ਼ੁਬਾਨ 'ਤੇ ਹੈ, ਹਰ ਇੱਕ ਦੀ ਜ਼ੁਬਾਨ 'ਤੇ ਹੈ। ਤੋ ਹਿਜ ਸਕਸੈਸ ਇਨ IAS is the talk of the town, is the talk of the town। next, to take heart। to take heart ਹੁੰਦਾ ਗਾ to take courage। ਇਹ ਹੈ to lose heart ਦਾ ਉਲਟ ਹੈ। to lose heart ਹੁੰਦਾ ਗਾ to lose courage, ਹੌਸਲਾ ਹਾਰਨਾ। ਤੇ to take heart ਹੁੰਦਾ ਹੈਗਾ ਗਾ ਹੌਸਲਾ ਕਰਨਾ, to take courage। you should take heart and face every problem bravely। ਇੱਕ ਹੋਰ ਇਹ ਤੋਂ ਥੋੜ੍ਹੇ ਜਿਹੇ ਫਰਕ ਨਾਲ ਹੁੰਦਾ, ਕਨਫਿਊਜ਼ ਨਹੀਂ ਕਰਨਾ। ਉਹ ਹੁੰਦਾ to take to heart। to take to heart ਹੁੰਦਾ ਦਿਲ ਨੂੰ ਲਾਉਣਾ ਕਿਸੇ ਗੱਲ ਨੂੰ, ਹੈ ਨਾ। to feel very seriously, ਹੈ ਨਾ, ਜਾਂ to feel emotionally, ਜਜ਼ਬਾਤੀ ਤੌਰ 'ਤੇ ਕਿਸੇ ਗੱਲ ਨੂੰ ਬਹੁਤ ਮਹਿਸੂਸ ਕਰਨਾ, ਉਹਨੂੰ ਆਪਾਂ ਕਹਿੰਦੇ ਹਾਂ to take to heart। ਜਿਵੇਂ ਆਮ ਕਹਿ ਸਕਦੇ ਹਾਂ ਆਪਾਂ ਕਿ he has taken the death of his friend to heart। ਭਾਵ ਕਿ ਆਪਣੇ ਮਿੱਤਰ ਦੀ ਮੌਤ ਨੂੰ ਉਸਨੇ ਦਿਲ 'ਤੇ ਲਾ ਲਿਆ ਹੈ। ਸੋ ਇਹਨਾਂ ਦਾ ਅਸੀਂ ਜੋ ਅੰਤਰ ਹੈ ਦੋਨੋਂ ਈਡੀਅਮਸ ਦਾ, ਉਹ ਚੰਗੀ ਤਰ੍ਹਾਂ ਸਮਝ ਲੈਣਾ ਹੈ। ਨੈਕਸਟ, ਟੂ ਥਰੋ ਡਸਟ ਇਨ ਵਨਜ਼ ਆਈਜ਼ ਜਾਂ ਇਨਟੂ ਵਨਜ਼ ਆਈਜ਼ ਵੀ ਕਿਤੇ ਕਿਤੇ ਆ ਜਾਂਦਾ ਗਾ, ਵੈਸੇ ਨਾਰਮਲੀ ਇਨ ਆਉਂਦਾ ਹੁੰਦਾ ਗਾ। ਭਾਵ ਕਿ ਕਿਸੇ ਦੀਆਂ ਅੱਖਾਂ ਵਿੱਚ ਧੂੜ ਝੋਂਕਣਾ, ਧੋਖਾ ਦੇਣਾ। ਟੂ ਡਿਸੀਵ ਜਾਂ ਟੂ ਚੀਟ। ਨੈਵਰ ਥਰੋ ਡਸਟ ਇਨ ਏ ਫਰੈਂਡਸ ਆਈ ਜਾਂ
you can't throw dust in my eyes, I understand everything। ਇਸ ਰੂਪ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਨੈਕਸਟ, to upset the apple cart means to upset the plans, to upset the carefully thought of plans of someone, to disturb the plans of someone। ਭਾਵ ਕਿ ਜਿਹੜਾ ਐਪਲ ਕਾਰਟ ਹੈ, ਸੇਬਾਂ ਦਾ ਭਰਿਆ ਹੋਇਆ ਗੱਡਾ ਹੈ, ਉਸ ਨੂੰ ਉਲਟਾ ਹੀ ਦੇਣਾ। ਕੋਈ ਬੰਦਾ ਕਲੈਵਰਲੀ ਕੋਈ ਸਕੀਮ ਬਣਾ ਕੇ ਜਾਂਦਾ, ਅਗਲਾ ਉਦੋਂ ਹੁਸ਼ਿਆਰ ਨਿਕਲਦਾ ਤੇ ਐਸਾ ਧੋਬੀ ਪਟਲਾ ਮਾਰਦਾ ਕਿ ਸਾਰਾ ਕੁਝ ਉਲਟ ਪੁਲਟ ਕਰ ਦਿੰਦਾ ਗਾ, ਹੈ ਨਾ। ਉਹਨੂੰ ਆਪਾਂ ਕਹਿੰਦੇ ਆ ਕਿ ਟੂ ਅਪਸੈਟ ਦਾ ਐਪਲ ਕਾਰਟ ਮੀਨਸ ਟੂ ਅਪਸੈਟ ਦਾ ਪਲੈਨਸ। ਦਾ ਆਫਿਸਰ upset the apple cart of the union leaders by giving them a very befitting reply। ਇਸ ਤਰ੍ਹਾਂ ਇਹ ਬਣ ਸਕਦਾ ਹੈ। ਤੁਸੀਂ ਦੇਖਿਆ ਹੋਊਗਾ ਕਿ ਐਪਲ ਦੇ 4 ਈਡੀਅਮਸ ਬਣਦੇ ਨੇ। ਪਹਿਲਾਂ ਆਇਆ ਸੀ ਐਪਲ ਆਫ ਡਿਸਕੋਰਡ, ਫਿਰ ਆਇਆ ਸੀ ਐਪਲ ਪਾਈ ਆਰਡਰ, ਇੱਕ ਇਹ ਆਇਆ, ਇੱਕ ਹੁੰਦਾ ਐਪਲ ਆਫ ਵਨਸ ਆਈਜ਼, ਜਿਹਨੂੰ ਆਪਾਂ ਅੱਖ ਦਾ ਤਾਰਾ ਕਹਿ ਦਿੰਦੇ ਹਾਂ। ਵੈਰੀ ਡੀਅਰ, ਬਹੁਤ ਪਿਆਰਾ ਹੋਵੇ। ਕਿਸੇ ਸਮੇਂ ਜੋ ਐਪਲ ਸੀ ਤੋ ਯੂਨਾਨ ਦੇ ਵਿੱਚ ਯਾਨੀ ਗ੍ਰੀਸ ਦੇ ਵਿੱਚ ਇਨ ਓਲਡ ਟਾਈਮਸ ਜੋ ਅੱਖ ਦੀ ਪੁਤਲੀ ਹੈ ਜਾਂ ਪਿਊਪਲ ਹੈ, PUPIL ਪਿਊਪਲ, ਤਾਂ ਉਸ ਨੂੰ ਐਪਲ ਕਿਹਾ ਜਾਂਦਾ ਸੀਗਾ। ਤੋ ਪੰਜਾਬੀ 'ਚ ਵੀ ਆਪਾਂ ਅੱਖ ਦਾ ਤਾਰਾ ਕਹਿੰਦੇ ਹਾਂ। ਤੋ ਆਪਾਂ ਇਹ ਕਹਿ ਸਕਦੇ ਹਾਂ ਕਿ ਹੀ ਇਜ਼ ਦਾ ਐਪਲ ਆਫ ਹਿਜ਼ ਮਦਰਜ਼ ਆਈ, ਜਾਂ ਹੀ ਇਜ਼ ਦਾ ਐਪਲ ਆਫ ਹਿਜ਼ ਪੇਰੈਂਟਸ। ਲਾ ਕੇ ਅਪੋਸਟ੍ਰੋਫੀ ਅਸਲ ਲਾ ਅਪੋਸਟ੍ਰੋਫੀ ਲਾਵਾਂਗੇ ਇਕੱਲਾ ਪੇਰੈਂਟਸ ਨਾਲ। ਹੀ ਇਜ਼ ਦਾ ਐਪਲ ਆਫ ਹਿਜ਼ ਪੇਰੈਂਟਸ ਆਈਜ਼, ਕਿਸੇ ਰੂਪ ਦੇ ਵਿੱਚ ਆਪਾਂ ਇਹਨਾਂ ਨੂੰ ਬਣਾ ਸਕਦੇ ਹਾਂ। ਨੈਕਸਟ, ਅੱਗੇ ਆਪਾਂ ਕਰਾਂਗੇ ਅਪ ਟੂ ਡੇਟ। ਅਪ ਟੂ ਡੇਟ ਹੁੰਦਾ ਮਾਡਰਨ। ਐਨ ਅਪ ਟੂ ਡੇਟ ਯੰਗ ਮੈਨ is waiting for you। next, ups and downs ਪਹਿਲਾਂ ਵੀ ਆਇਆ, good and bad times, difficulties as well as pleasures, pains and pleasures, ਕਿਸੇ ਰੂਪ ਦੇ ਵਿੱਚ ਲਾ ਲਓ, ਉਤਰਾਵ ਚੜਾਵ। ਤੋ I have seen many ups and downs in my life। ਜਾਂ ਸਿੰਪਲ ਇਹ ਵੀ ਕਹਿ ਸਕਦੇ ਹਾਂ ਕਿ life is full of ups and downs। ਇੱਕ ਹੈ ਆਪਣਾ ਯੈਲੋ ਪ੍ਰੈਸ। ਯੈਲੋ ਪ੍ਰੈਸ ਹੁੰਦੀ ਹੈ ਚੀਪ ਪ੍ਰੈਸ, ਜਾਨੀ ਚੀਪ ਜਰਨਲਿਜ਼ਮ, ਘਟੀਆ ਕਿਸਮ ਦੀ ਪੱਤਰਕਾਰੀ, ਜੋ ਜਾਨੀ ਕਈ ਵਾਰ ਅਖਬਾਰਾਂ ਦੇ ਵਿੱਚ ਬੜੀਆਂ ਸੈਂਸੇਸ਼ਨਲ ਜੀਆਂ ਖਬਰਾਂ ਜਾਂ ਅਫਵਾਹਾਂ ਦੇ ਆਧਾਰ 'ਤੇ ਖਬਰਾਂ ਛਪਦੀਆਂ ਨੇ, ਜਾਂ ਲੋਕਾਂ ਨੂੰ ਉਤੇਜਿਤ ਕਰਨ ਵਾਲੀਆਂ, ਇਨਸਟੀਗੇਟ ਕਰਨ ਵਾਲੀਆਂ ਖਬਰਾਂ ਛਪਦੀਆਂ ਨੇ, ਉਹਨੂੰ ਅਸੀਂ ਯੈਲੋ ਪ੍ਰੈਸ ਕਹਿ ਦਿੰਦੇ ਹਾਂ। ਕਈ ਵਾਰ ਯੈਲੋ ਜਰਨਲਿਜ਼ਮ ਵੀ ਕਿਹਾ ਜਾਂਦਾ ਹੈਗਾ, ਤੋ ਪੀਲੀ ਪੱਤਰਕਾਰੀ ਵੀ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ, ਜਾਣੀ ਚੀਪ ਪ੍ਰੈਸ। ਤੋ ਆਪਾਂ ਇਹਦਾ ਇੱਦਾਂ ਸੈਂਟੈਂਸ ਬਣਾ ਦਿਆਂਗੇ ਕਿ ਯੈਲੋ ਪ੍ਰੈਸ ਇਜ਼ ਆਲਵੇਜ਼ ਵੈਰੀ ਡੇਂਜਰਸ ਫਾਰ ਦਾ ਸੋਸਾਇਟੀ। ਭਾਵ ਕਿ ਸਮਾਜ ਲਈ ਇਹ ਬਹੁਤ ਖਤਰਨਾਕ ਹੁੰਦੀ ਹੈ। ਹੁਣ ਤੁਸੀਂ ਜਦ ਇਹਨਾਂ ਨੂੰ ਯਾਦ ਕਰਨਾ ਹੈ ਈਡੀਅਮਸ ਨੂੰ, ਤਾਂ ਇੱਦਾਂ ਕਈ ਵਾਰ ਤੁਸੀਂ ਗਰੁੱਪਸ ਬਣਾ ਸਕਦੇ ਹੋ। ਜਿਵੇਂ ਮੰਨ ਲਓ ਆਪਾਂ ਐਨੀਮਲਸ ਐਂਡ ਬਰਡਸ ਦਾ ਗਰੁੱਪ ਬਣਾ ਲਈਏ ਕਿ ਦੇਖੀਏ ਵੀ ਐਨੀਮਲਸ ਆ ਰਹੇ, ਨਾਲੇ ਇੰਟਰਸਟਿੰਗ ਗੇਮ ਬਣ ਜਾਏਗੀ ਕਿ ਐਨੀਮਲਸ ਆ ਰਹੇ ਕਿੰਨੇ ਕੁ ਆਏ ਨੇ, ਜਿਹਨਾਂ 'ਚ ਕਿਸੇ ਐਨੀਮਲ ਦਾ ਨਾਂ ਆਇਆ ਹੋਵੇ, ਕੋਈ ਬਰਡ ਦਾ ਨਾਂ ਆਇਆ ਹੋਵੇ। ਤਾਂ ਮੈਂ ਜਸਟ ਵੈਰੀ ਫਾਸਟ ਸਪੀਡ 'ਤੇ ਤੁਹਾਨੂੰ ਰਿਵੀਜ਼ਨ ਕਰਾਉਣਾ। ਜਿਸ ਤਰ੍ਹਾਂ ਟੂ ਬੈਲ ਦਾ ਕੈਟ, ਕੈਟ ਆ ਗਿਆ ਦੇਖੋ, ਟੂ ਬੈਲ ਦਾ ਕੈਟ, ਇਹ ਆਪਾਂ ਕੀਤੇ ਹੋਏ ਨੇ ਸਾਰੇ। ਜਾਂ ਟੂ ਲੈਟ ਦਾ ਕੈਟ ਆਊਟ ਆਫ ਦਾ ਬੈਗ, ਹੈ ਨਾ, ਟੂ ਐਕਸਪੋਜ਼ ਦਾ ਸੀਕਰੇਟ। ਫਿਰ ਇੱਦਾਂ ਹੀ ਹੁੰਦਾ ਇਹ ਕੈਟ ਐਂਡ ਡੌਗ ਲਾਈਫ, ਭਾਵ ਕਿ ਲੜਾਈ ਝਗੜੇ ਵਾਲੀ ਜ਼ਿੰਦਗੀ, ਲੜਾਈ ਝਗੜੇ ਵਾਲਾ ਜੀਵਨ। ਕਈ ਵਾਰੀ ਆਪਾਂ ਕਹਿ ਦਿੰਦੇ ਹਾਂ ਕਿ the educated husband, the uneducated wife are leading a cat and dog life। ਇਸ ਤਰ੍ਹਾਂ ਟੂ ਰੇਨ ਕੈਟਸ ਐਂਡ ਡੌਗਸ ਹੁੰਦਾ, ਟੂ ਰੇਨ ਹੈਵੀਲੀ। ਫਿਰ ਇੱਦਾਂ ਆਪਾਂ ਕਹਿ ਦਿੰਦੇ ਹਾਂ ਕਿ ਵੀ ਟੂ ਲੀਡ ਏ ਡੌਗਸ ਲਾਈਫ, ਕੁੱਤੇ ਵਾਲੀ ਜ਼ਿੰਦਗੀ, ਭਾਵ ਕਿ ਟੂ ਲੀਡ ਏ ਵੈਰੀ ਮਿਜ਼ਰੇਬਲ ਲਾਈਫ।
टू डाई ए डॉग्स डेथ मीनस टू डाई ए वेरी मिजरेबल डेथ, भाव कि बड़ी घटिया दुखदाई जिंदगी जिहड़ी है बिताउणा ਉਹ ਲੀਡ ਦਾ ਡੌਗਸ ਲਾਈਫ ਹੋ ਗਿਆ, ਤੇ ਇੱਦਾਂ ਹੀ ਮਰਨਾ ਜਿਹੜਾ ਹੈ ਉਹ ਘਟੀਆ ਜਿਹੜਾ ਹੈ ਉਹ ਹੋ ਜਾਂਦਾ ਹੈਗਾ ਗਾ। ਨੈਕਸਟ ਆਪਾਂ ਹੁਣੇ ਕਰਕੇ ਹਟਿਆ ਟੂ ਸਮੈਲੇ ਰੈਟ, ਇੱਦਾਂ ਹੀ ਐਨ ਈਗਲ ਆਈ ਹੁੰਦੀ ਹੈ, ਵੈਰੀ ਸ਼ਾਰਪ ਆਈ, ਬੜੀ ਤੇਜ਼ ਅੱਖ ਕਿਸੇ ਦੀ ਹੋਵੇ, ਬਾਜ ਅੱਖ ਜਿਹਨੂੰ ਆਪਾਂ ਕਹਿੰਦੇ ਨੇ, ਆਪਾਂ ਕਹਿੰਦੇ ਹੀ ਹੈਜ਼ ਐਨ ਈਗਲ ਆਈ। ਤਾਂ ਇਸ ਤਰ੍ਹਾਂ ਫਿਰ ਆਪਣੇ ਕੋਲ ਹੈ ਆਪਾਂ ਦੇਖਿਆ ਹੁਣੇ ਕਿ ਇਹ ਵੁਲਫ ਇਨ ਸ਼ੀਪਸ ਕਲੋਥਿੰਗ, ਭਾਵ ਕਿ ए वेरी डिसीटफुल परसन, ए चीट जो देखण च शीप लगे लेकिन होवे कि वुल्फ, बघियाड़ होवे, इदां हुंदा। आपां ये भी कह दिंदे आ कि टू किल 2 वर्ड्स विद 1 स्टोन, एक पत्थर नाल 2 पंछी मारना, एक निशाने नाल 2 ਜਿਹੜੇ शिकार ने ਉਹ फुंड लैने, इदां आपां कह दिंदे आ। फिर अपने कोले ये वाइट एलीफेंट आया सीगा, इस तरह ये ब्लैक शीप जिहड़ा है ਉਹ ਆਪਾਂ ਦੇਖਿਆ ਵੀ ਉਹ ਵੀ ਆਇਆ ਹੈਗਾ ਗਾ, ਆਪਾਂ ਕੀਤਾ ਹੋਇਆ ਬੜੀ ਚੰਗੀ ਤਰ੍ਹਾਂ। ਤਾਂ ਇਹਨਾਂ ਦੇ ਵਿੱਚ ਕੀ ਹੈ, ਇਸ ਤਰ੍ਹਾਂ ਇੱਕ ਹੁੰਦਾ ਗਾ ਇਹ ਸਮੌਲ ਫਰਾਈ ਕਹਿ ਦਿੰਦੇ ਆ, ਛੋਟੀ ਜਿਹੀ ਮੱਛੀ ਕੀ ਆ, ਉਹ ਫਰਾਈ ਮੈਨੇ ਤਲਣਾ ਵੀ ਹੁੰਦਾ, ਲੇਕਿਨ ਫਰਾਈ ਦਾ ਮੀਨਿੰਗ ਸਮੌਲ ਫਿਸ਼ ਵੀ ਹੁੰਦਾ। ਤਾਂ ਇਹ ਆਪਾਂ ਕਹਿੰਦੇ ਕਿ ਡੋਂਟ ਬੋਦਰ ਅਬਾਊਟ ਹਿਮ, ਇਜ਼ ਅ ਵੈਰੀ ਸਮੌਲ ਫਰਾਈ, ਉਹ ਤਾਂ ਬੜਾ ਮਾਮੂਲੀ ਇਨਸਿਗਨੀਫਿਕੈਂਟ ਵਿਅਕਤੀ ਹੈ। ਕਰੋਕੋਡਾਈਲ ਟੀਅਰਸ ਆਮ ਵਰਤਿਆ ਜਾਂਦਾ ਹੈ, ਟੂ ਸ਼ੈਡ ਕਰੋਕੋਡਾਈਲ ਟੀਅਰਸ, ਟੂ ਸ਼ੈਡ ਫਾਲਸ ਟੀਅਰਸ। ਤੋ ਇਸ ਤਰ੍ਹਾਂ ਇਹ ਫਿਸ਼ ਆਊਟ ਆਫ ਵਾਟਰ ਆਮ ਵਰਤਿਆ ਜਾਂਦਾ, ਟੂ ਫੀਲ ਲਾਈਕ ਏ ਫਿਸ਼ ਆਊਟ ਆਫ ਵਾਟਰ। ਇਸ ਤਰ੍ਹਾਂ ਦੇ ਜਿਹੜੇ ਹੈ ਉਹ ਹੋ ਜਾਂਦੇ ਨੇਗੇ। ਕਈ ਆਪਣੇ ਕਲਰਸ ਨਾਲ ਸੰਬੰਧਿਤ ਨੇ, ਜਿਵੇਂ ਕੁਝ ਆਏ ਨੇ ਇਹ ਵਾਈਟ ਲਾਈ ਕਹਿ ਦਿੰਦੇ ਆ, ਹੈ ਨਾ, ਇਹ ਵਾਈਟ ਐਲੀਫੈਂਟ ਕਹਿਤਾ। ਇਨ ਬਲੈਕ ਐਂਡ ਵਾਈਟ ਇਨ ਰਾਈਟਿੰਗ ਹੁੰਦਾ ਗਾ। ਰੈੱਡ ਵਿਦ ਰੇਜ਼ ਹੁੰਦਾ ਹੈਗਾ ਗਾ, ਜਾਣੀ ਰੇਜ਼ ਮੀਨ ਐਂਗਰ, ਗੁੱਸੇ ਨਾਲ ਲਾਲ ਪੀਲੇ ਹੋ ਜਾਣਾ। ਬੋਲਟ ਫਰੋਮ ਦਾ ਬਲੂ ਆਪਾਂ ਕੀਤਾ। ਗ੍ਰੀਨ ਆਈ ਹੁੰਦੀ ਹੈ, ਇਹ ਗ੍ਰੀਨ ਆਈ ਮੀਨਸ ਜੈਲਸੀ, ਈਰਖਾ ਹੋ ਜਾਣੀ। ਯੈਲੋ ਪ੍ਰੈਸ ਆਪਾਂ ਹੁਣੇ ਦੇਖੋ ਕੀਤਾ ਹੈ, ਇਸ ਤਰ੍ਹਾਂ ਹੋ ਜਾਂਦੇ ਨੇਗੇ। ਫਿਰ ਕਈ ਵਾਰੀ ਆਪਣੇ ਕੋਲ ਡਬਲ ਆ ਜਾਂਦੇ ਨੇ, ਆਪਾਂ ਦੇਖਿਆ ਸੀਗਾ ਕਿ ਵੀ ਇੱਕ ਪਾਸੇ ਆਪਾਂ ਕਿਹਾ ਐਟ ਦਾ 11th ਆਵਰ, ਤੋ ਇੱਕ ਪਾਸੇ ਆਪਾਂ ਕਹਿੰਦਾ ਇਨ ਦਾ ਨਿਕ ਆਫ ਟਾਈਮ, ਆਲਮੋਸਟ ਉਹੀ ਜਿਹੇ ਮੀਨਿੰਗ ਆ ਜਾਂਦੇ ਨੇ। ਇੱਦਾਂ ਆਪਾਂ ਜਾਣੀ ਵੱਖ-ਵੱਖ ਢੰਗਾਂ ਨਾਲ ਜਿਹੜੇ ਆਪਣੇ ਈਡੀਅਮਸ ਨੇ, ਫਰੇਜ਼ਸ ਨੇ, ਇਹਨਾਂ ਨੂੰ ਰਿਵਾਈਜ਼ ਕਰ ਲੈਣਾ, ਇਹਨਾਂ ਨੂੰ ਯਾਦ ਜਿਹੜਾ ਹੈ ਉਹ ਆਪਾਂ ਕਰ ਸਕਦੇ ਹੈਗੇ ਆ। ਔਰ ਜਿੰਨੀ ਇਹਨਾਂ ਦੀ ਰਿਵੀਜ਼ਨ ਕਰੋਗੇ, ਇਹਨਾਂ ਨੂੰ ਸਿਰਫ ਇਹ ਨਾ ਸੋਚਿਓ ਕਿ ਵੀ ਇਹ ਸਾਡੇ ਸਿਲੇਬਸ 'ਚ ਹੈ ਕਿ ਨਹੀਂ ਹੈ, ਇਹ ਤਾਂ ਲੈਂਗੁਏਜ ਵਾਸਤੇ ਜ਼ਰੂਰੀ ਹੈ। ਸਾਰੀ ਗ੍ਰਾਮਰ ਜਿਹੜੀ ਹੈਗੀ ਹੈ ਇਟ ਇਜ਼ ਏ ਮਸਟ ਫਾਰ ਲੈਂਗੁਏਜ। ਕਈ ਸਾਡੇ ਬੋਡੀ ਪਾਰਟਸ ਹੈਗੇ ਨੇ, ਉਹਨਾਂ 'ਤੇ ਕਿੰਨੇ ਈਡੀਅਮ ਆਉਂਦੇ ਨੇ, ਦੇਖੋ ਐਟ ਹੈਂਡ ਆਪਾਂ ਦੇਖਦੇ ਹਾਂ, ਜਾਂ ਆਪਾਂ ਹੈਂਡ ਇਨ ਗਲਵ ਕਹਿ ਦਿੰਦੇ ਹਾਂ। ਤੋ ਇਸ ਤਰ੍ਹਾਂ ਹੀ ਆਪਾਂ ਹੈਂਡ ਇਨ ਹੈਂਡ ਕਹਿ ਦਿੰਦੇ ਹਾਂ, ਐਟ ਐਨ ਆਰਮਸ ਲੈਂਥ, ਬਹੁਤ ਸਾਰੇ ਆਏ ਹੋਏ ਨੇ। ਇੱਦਾਂ ਤੁਸੀਂ ਇਕੱਠੇ ਜਿਹੜੇ ਹੈ ਉਹ ਵੀ ਗੇਮ ਦੇ ਤੌਰ 'ਤੇ ਕਰ ਸਕਦੇ ਹੋ। ਸੋ ਪਲੀਜ਼ ਰਿਵਾਈਜ਼, ਪ੍ਰੈਕਟਿਸ, ਲਰਨ, memorize. Okay, best wishes. Now this is the end of our idioms and phrases. In the next lecture we shall do something new. Best of luck, best wishes. Thank you. हो गया 15-18 मिनट का होगा है। अच्छा, तो लगातार ही चल जाता रहा बड़ी अगे करके है। इस वे मौसम ठीक होंगे, दोपहर हम गर्मी होंगी बहुत ज़्यादा। Lettere che quando letto.